सत श्री अकाल। मैं हाँ सुखविंदर सिंह सिद्धू। रोजाना लोकनाथ टीवी का विशेष प्रोग्राम प्राइम मुद्दा देख रहे सारे दर्शकों का स्वागत करदा। प्रोग्राम की शुरुआत तो पहला अपने दर्शकों नाल कुछ थोड़ी जी गल करनी चाहांगे कि असीं कोशिश करते हैं कि जिहड़ा भी मुद्दा तुहाडे अगे लैके आईए वो पूरी घूख पड़ताल करन तो बाद ही सही ते सटीक जानकारी तुहाडे तक पहुँचाईए। असीं पिछले दिनी कुछ खबरां जिहड़ियां तुहाडे तक लैके आए सी, उस तो पहलां भी बहुत सारियां खबरां असीं मौके मौके ते अपने दर्शकों नूं दसदे रहंदे आ कि किहड़ी साडी सब तो पहलां दित्ती गई तुहानूं इन्फॉर्मेशन बाद दे विच सच साबित हुई है। तां अज दो अजिहियां खबरां ते गलबात करांगे जिहड़ियां असीं पिछले दिनी सब तो पहलां सारे चैनलों तो पहलां जानकारी जिहड़ी तुहाडे तक पहुंचाई सी ते एक एक करके जिहड़ी आ मोहर लगदी गई। तां सब तो पहली खबर जिहड़ी चर्चा दे असीं लवांगे चर्चा दे लई प्रोग्राम दे विच वो इह है कि भूसर गए कुंवर विजय प्रताप। कुंवर विजय प्रताप दी सब तो पहलां असीं खबर लाई सीगी कि कुंवर विजय प्रताप जिहड़े वो पूछां चुकाउणगे हुण भगवंत मान ते केजरीवाल दीआं। तां कुछ दिन बाद उन्होंने एक चिट्ठी बंब जिहड़ा सुੱਟ दिता ते हुण उसे ही खबर के संबंध दे विच एक खबर एक होर जानकारी लैके आए हैं कि कुंवर विजय प्रताप आने वाले दिनों जिहड़े लोहे दे चने जिहड़े चबाउण लई तैयार ने अरविंद केजरीवाल ते भगवंत मान नूं की कुछ करन जा रहे ने। कुंवर विजय प्रताप क्यों असीं कह रहे हैं कि भूसर गए कुंवर विजय प्रताप, इस ते जिहड़ी आ गलबात करांगे। नाल ही नाल गलबात अगली खबर ते तुहानूं मैं दस देवां कि कुछ दिन पहला अणखी साहब होरां ने मेरे ख्याल च उस प्रोग्राम दे विच मैं नहीं सी, शायद लखविंदर सिंह मान से अणखी साहब उन्हां दे नाल, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਬਾਰੇ ਵੀ ਗੱਲ ਕੀਤੀ ਸੀ, ਪੰਥਕ ਧਿਰਾਂ ਦੇ ਬਾਰੇ ਵੀ ਗੱਲ ਕੀਤੀ ਸੀ। ਕਿਹੜੀ ਉਹ ਗੱਲ ਕੀਤੀ ਸੀ ਜਿਹੜੀ ਅੱਜ ਸੱਚ ਸਾਬਤ ਹੋਈ ਹੈ, ਇਸ ਤੇ ਵੀ ਵਿਸਤਾਰਪੂਰਵਕ ਚਰਚਾ ਕਰਾਂਗੇ। ਚਰਚਾ ਦੇ ਲਈ ਮੇਰੇ ਨਾਲ ਹੀ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। बहुत बहुत शुक्रिया सुखविंदर जी। ਅਣਖ ਸਾਹਿਬ ਇੱਕ ਇੱਕ ਕਰਕੇ ਜਿਹੜੀ ਖਬਰ ਆਪਣੀ ਸੱਚ ਹੁੰਦੀ ਜਾਂਦੀ ਰਹਿੰਦੀ ਹੈ ਤੇ ਇਸੇ ਕਰਕੇ ਦਰਸ਼ਕਾਂ ਦਾ ਆਪਣੇ ਤੇ ਜਿਹੜਾ ਵਿਸ਼ਵਾਸ ਉਹ ਬਣਿਆ ਹੋਇਆ ਤੇ ਆਪਾਂ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਸਹੀ ਤੇ ਸਟੀਕ ਜਾਣਕਾਰੀ ਹੀ ਸਾਡੇ ਦਰਸ਼ਕਾਂ ਤੱਕ ਜਿਹੜੀ ਆ ਉਹ ਪਹੁੰਚੇ। ਤਾਂ ਕੁਝ ਦਿਨ ਪਹਿਲਾਂ ਜਿਵੇਂ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਕੇ ਹਟਿਆ ਕਿ ਸਭ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੇ ਗੁੱਸੇ ਬਾਰੇ, ਕੁੰਵਰ ਵਿਜੇ ਪ੍ਰਤਾਪ ਦੇ ਔਖੇ ਹੋਣ ਬਾਰੇ ਆਪਾਂ ਖਬਰ ਦੱਸੀ ਸੀ। ਸ਼ਾਇਦ ਉਦੋਂ ਬਹੁਤੇ ਦਰਸ਼ਕਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਸ ਗੱਲ ਸੱਚ ਨਹੀਂ ਹੋਣੀ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਜਿਸ ਤਰੀਕੇ ਦੇ ਨਾਲ ਹਾਈ ਕੋਰਟ ਪਹੁੰਚ ਗਏ, ਕੁੰਵਰ ਵਿਜੇ ਪ੍ਰਤਾਪ ਨੇ ਜਿਸ ਤਰੀਕੇ ਨਾਲ ਚਿੱਠੀ ਲਿਖੀ, ਉਸ ਤੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਵਾਕਈ ਪੁੱਛਾਂ ਚੁਕਾਤੀਆਂ ਨੇ। ਤੇ ਹੁਣ ਅਣਖੀ ਸਾਹਿਬ ਕੀ ਜਾਣਕਾਰੀ ਹੈ ਜਿਹੜੀ ਤੁਸੀਂ ਅੱਜ ਲੈ ਕੇ ਆਏ ਹੋ ਕੁੰਵਰ ਵਿਜੇ ਪ੍ਰਤਾਪ ਦੇ ਸੰਬੰਧ ਦੇ ਵਿੱਚ, ਜਿਹਦੇ ਤੋਂ ਇਹ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਸ਼ਾਇਦ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਲੋਹੇ ਦੇ ਚਣੇ ਚਬਾ ਦੇਣਗੇ। ਸੁਖਵਿੰਦਰ ਜੀ ਇਸ ਤਰ੍ਹਾਂ ਹੈ ਕਿ ਜਦੋਂ ਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਹੋਏ ਨੇ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਹਮੇਸ਼ਾ ਚਰਚਾਵਾਂ ਦਾ ਵਿਸ਼ਾ ਰਹੇ ਨੇ। ਤੇ ਚਰਚਾਵਾਂ ਦਾ ਵਿਸ਼ਾ ਸਿਰਫ ਇਸ ਕਰਕੇ ਕਿਉਂਕਿ ਉਹ ਵਿਅਕਤੀ ਵੀ ਨਵਜੋਤ ਸਿੱਧੂ ਵਾਂਗ ਕੁਝ ਮੁੱਦਿਆਂ ਦੀ ਗੱਲ ਕਰਦਾ ਹੈ ਤੇ ਆਪਣੀ ਸਰਕਾਰ ਨੂੰ ਹਮੇਸ਼ਾ ਉਹ ਘੇਰਦੇ ਨੇ ਜਿਹੜੀ ਇਸ ਸਰਕਾਰ ਦੇ ਵਿੱਚ ਆਏ ਨੇ। ਜਦੋਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਹਿੱਸਾ ਬਤੌਰ ਅਫਸਰ ਸਨ, ਉਦੋਂ ਵੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਕੁਝ ਮੰਤਰੀਆਂ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਚਿੰਨ੍ਹ ਲਾਈ। ਤੇ ਹੁਣ ਜਦੋਂ ਕਿ ਉਹ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਅੰਮ੍ਰਿਤਸਰ ਤੋਂ, ਤਾਂ ਹੁਣ ਵੀ ਕੁਝ ਅਜਿਹੇ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਬੀਤੇ ਸਮੇਂ ਦੇ ਵਿੱਚ ਸਿਆਸਤ ਕਰਦੀ ਰਹੀ ਆ, ਪਰ ਕੋਈ ਵੀ ਉਹਨੇ ਸਟੈਪ ਜਿਹੜਾ ਮਹੱਤਵਪੂਰਨ ਨਹੀਂ ਲਿਆ। ਖਾਸ ਤੌਰ ਤੇ ਉਹਨਾਂ ਮੁੱਦਿਆਂ ਦੇ ਪ੍ਰਤੀ ਜਿਹੜੇ ਪੰਜਾਬ ਦੇ ਲੋਕਾਂ ਦੇ ਮਾਨਸਿਕਤਾ ਨਾਲ ਜੁੜੇ ਆ, ਚਾਹੇ ਉਹ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਹੋਵੇ ਤੇ ਚਾਹੇ ਬੇਅਦਬੀ ਕਾਂਡ, ਉਹਨਾਂ ਸਾਰੇ ਇਹ ਉਹ ਮੁੱਦੇ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਇਲਾਵਾ ਬਾਕੀ ਪਾਰਟੀਆਂ ਨੇ ਵੀ ਆਪਣੇ ਹਿੱਤਾਂ ਵਾਸਤੇ, ਆਪਣੀਆਂ ਲੋੜਾਂ ਵਾਸਤੇ ਵਰਤਿਆ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮੁੱਦੇ ਨਾਲ ਬੜੀ ਭਾਵੁਕਤਾ ਨਾਲ ਜੁੜੇ ਆ, ਤਾਂ ਜਿਸ ਕਰਕੇ ਸਮੇਂ-ਸਮੇਂ ਤੇ ਉਹਨਾਂ ਨੇ ਆਪਣੀ ਸਰਕਾਰ ਨੂੰ ਘੇਰਿਆ। ਹੁਣ ਜਿਸ ਤਰੀਕੇ ਨਾਲ ਤੁਸੀਂ ਭੂਮਿਕਾ ਦੇ ਵਿੱਚ ਗੱਲ ਕੀਤੀ ਕਿ ਚਿੱਠੀ ਬੰਬ ਉਹਨਾਂ ਨੇ ਸੁੱਟਿਆ, ਉਦੋਂ ਸੁੱਟਿਆ ਕਿ ਜਦੋਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਕਰਾ ਕਹੀਏ ਕਿ ਜਦੋਂ ਉਹਨਾਂ ਨੇ ਸਮਝਿਆ ਕਿ ਸ਼ਾਇਦ ਇਹ ਦੋ ਅਫਸਰ ਜਿਹੜੇ ਆ ਠੀਕ ਤਰੀਕੇ ਨਾਲ ਉਹ ਇਨਕੁਆਇਰੀ ਨਹੀਂ ਕਰ ਸਕਦੇ, ਕਿਉਂਕਿ ਇਹੋ ਦੋ ਅਫਸਰ ਸਨ ਜਿਹੜੇ ਬੀਤੇ ਦੌਰ 'ਚ ਬਾਦਲ ਪਰਿਵਾਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਪਹੁੰਚਾਉਂਦੇ ਨੇ। ਉਹਨਾਂ ਨੇ ਟਵੀਟ ਵੀ ਕੀਤਾ, ਫੇਸਬੁੱਕ ਤੇ ਪੋਸਟ ਵੀ ਪਾਈ, ਬਾਅਦ 'ਚ ਡਿਲੀਟ ਵੀ ਕਰਤੀ। ਤਾਂ ਹੁਣ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਲਿਖੀ
ਤੇ ਚਿੱਠੀ ਦੇ ਵਿੱਚ ਉਹਨਾਂ ਨੇ ਫਿਰ ਉਹ ਮਹੱਤਵਪੂਰਨ ਸਵਾਲ ਜਿਹੜੇ ਉਹ ਚੁਕਾਏ। ਪਰ ਆਪਣੇ ਸੁਖਵਿੰਦਰ ਜੀ ਚਰਚਾ ਮਾਫ ਕਰਨਾ ਗੱਲ ਇਹ ਆ ਕਿ ਅਜੇ ਤੱਕ ਉਹਨਾਂ ਚਿੱਠੀਆਂ ਦੇ ਆਧਾਰ ਤੇ ਮਾਨ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਕੀਤੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਜੋ ਸਾਡੇ ਸੂਤਰ ਦੱਸਦੇ ਨੇ ਅੰਦਰੋਂ ਅੰਦਰੀ ਕੰਵਰ ਵਿਜੇ ਪ੍ਰਤਾਪ ਬਹੁਤ ਦੁਖੀ ਨੇ, ਕਿਉਂਕਿ ਜਿਸ ਤਰੀਕੇ ਨਾਲ ਸਿੱਖ ਹਲਕਿਆਂ ਦੇ ਵਿੱਚ, ਪੰਥਕ ਹਲਕਿਆਂ ਵਿੱਚ ਤੇ ਇਸ ਤੋਂ ਵੱਧ ਪੰਜਾਬ ਦੇ ਲੋਕਾਂ ਦੇ ਵਿੱਚ ਉਹਨਾਂ ਦੀ ਇੱਕ ਪੈਂਠ ਬਣੀ ਆ, ਜਿਸ ਤਰੀਕੇ ਨਾਲ ਲੋਕ ਇਹ ਯਕੀਨ ਕਰਦੇ ਸਨ ਕਿ ਸ਼ਾਇਦ ਕੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਆਣ ਕੇ ਬੇਅਦਬੀ ਦੇ ਦੋਸ਼ੀਆਂ ਦੇ ਪ੍ਰਤੀ ਇੱਕ ਮਹੱਤਵਪੂਰਨ ਰੋਲ ਅਦਾ ਕਰਨਗੇ, ਬਹਿਬਲ ਖਾਨਾ ਕੋਟਲਾ ਗੋਲੀकांड ਦੇ ਪੁਲਿਸ ਅਫਸਰਾਂ ਦੇ ਖਿਲਾਫ ਕੁਝ ਰੋਲ ਨਿਭਾਉਣਗੇ। ਪਰ ਇਸ ਤਰ੍ਹਾਂ ਲੱਗਦਾ ਜਿਸ ਤਰੀਕੇ ਨਾਲ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਾ ਕੇ ਹੱਥ ਬੰਨ੍ਹ ਦਿੱਤੇ ਸਨ, ਉਸੇ ਤਰ੍ਹਾਂ ਲੱਗਦਾ ਵਿਧਾਇਕ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕੰਵਰ ਵਿਜੇ ਪ੍ਰਤਾਪ ਦੇ ਹੱਥ ਜਿਹੜੇ ਬੰਨ੍ਹ ਕੇ ਰੱਖ ਦਿੱਤੇ ਨੇ, ਜਿਸ ਕਾਰਨ ਕਦੇ ਉਹ ਮਾਫ ਕਰਨਾ ਫੇਸਬੁੱਕ ਤੇ ਪੋਸਟ ਪਾਉਂਦੇ ਆ ਤੇ ਕਦੇ ਚਿੱਠੀ ਬੰਮ ਸੁੱਟਦੇ ਆ। ਤੇ ਹੁਣ ਜੋ ਤਾਜ਼ਾ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਸੂਤਰਾਂ ਦੇ ਅਨੁਸਾਰ, ਕੰਵਰ ਵਿਜੇ ਪ੍ਰਤਾਪ ਕਿਸੇ ਵੀ ਸਮੇਂ ਅਸਤੀਫਾ ਦੇ ਸਕਦੇ ਨੇ ਆਪਣੀ ਇਸ ਵਿਧਾਇਕੀ ਤੋਂ। ਤੇ ਇਸ ਤੋਂ ਇਲਾਵਾ ਇਹ ਵੀ ਕਥਿਤ ਤੌਰ ਤੇ ਜੋ ਜਾਣਕਾਰੀ ਉੜਦੀਆਂ ਕਨਸੂਆਂ ਸਾਡੇ ਤੱਕ ਪਹੁੰਚੀਆਂ ਨੇ, ਸ਼ਾਇਦ ਉਹ ਇੱਕ ਨਵੀਂ ਪਾਰਟੀ ਬਣਾਉਣ ਦੇ ਮੂਡ ਦੇ ਵਿੱਚ ਨੇ, ਚਾਹੇ ਉਹ ਖੇਤਰੀ ਪਾਰਟੀ ਨਵਜੋਤ ਸਿੱਧੂ ਵਾਲੇ ਗਰੁੱਪ ਦੀ ਹੋਵੇ, ਚਾਹੇ ਪ੍ਰਸ਼ਾਂਤ ਕਿਸ਼ੋਰ ਵਾਲੇ ਗਰੁੱਪ ਦੀ ਹੋਵੇ। ਪਰ ਇਹ ਗੱਲ ਯਕੀਨਨ ਤੈਅ ਆ ਕਿ ਜੇਕਰ ਆਉਂਦੇ ਬਜਟ ਸੈਸ਼ਨ ਤੋਂ ਬਾਅਦ, ਖਾਸ ਤੌਰ ਤੇ ਜਦੋਂ ਵਜ਼ਾਰਤ ਵਿੱਚ ਵਾਧਾ ਹੋਣਾ, ਉਦੋਂ ਤੱਕ ਜੇਕਰ ਕੋਈ ਵੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਹੋ ਜਿਹੇ ਮੁੱਦੇ ਤੇ ਕੋਈ ਸਟੈਪ ਨਾ ਲਿਆ ਗਿਆ ਤੇ ਯਕੀਨਨ ਤੌਰ ਤੇ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਅੱਜ ਕੱਲ੍ਹ ਸਿਰਫ ਤੇ ਸਿਰਫ ਕਾਲਜਾਂ ਦੇ ਵਿੱਚ ਕਨਵੋਕੇਸ਼ਨਾਂ ਤੇ ਜਾ ਕੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਡਿਗਰੀਆਂ ਦੇ ਰਹੇ ਨੇ, ਸ਼ਾਇਦ ਉਹ ਵਿਧਾਇਕੀ ਨੂੰ ਛੱਡ ਦੇਣਗੇ, ਅਸਤੀਫਾ ਵੀ ਦੇ ਸਕਦੇ ਆ। ਤੇ ਸਭ ਤੇ ਇਹ ਵੀ ਪਤਾ ਲੱਗਾ ਕਿ ਹਾਲਾਂਕਿ ਸ਼ਾਇਦ ਸਾਡੇ ਦਰਸ਼ਕ ਇਸ ਗੱਲ ਦੇ ਯਕੀਨ ਨਾ ਕਰਨ ਕਿ ਉਹ ਇੱਕ ਨਵੀਂ ਪਾਰਟੀ ਬਣਾ ਸਕਦੇ ਆ ਜਾਂ ਕਿਸੇ ਨਵੀਂ ਪਾਰਟੀ ਦੀ ਸ਼ਰਨ 'ਚ ਜਾ ਸਕਦੇ ਆ। ਉਹ ਪਾਰਟੀ ਰਵਾਇਤੀ ਪਾਰਟੀ ਕਾ ਨਹੀਂ, ਉਹ ਪਾਰਟੀ ਜਿਹੜੀ ਪੰਜਾਬ ਦੇ ਹਿੱਤਾਂ ਵਾਸਤੇ, ਪੰਜਾਬ ਦੇ ਨਵਜੋਤ ਸਿੰਘ ਸਿੱਧੂ ਦੇ ਗਰੁੱਪ ਦੇ ਨਾਲ ਰਲ ਸਕਦੇ ਆ। ਬਿਲਕੁਲ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਦਾ, ਕਿਉਂਕਿ ਬੀਤੇ ਦੌਰ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੰਵਰ ਵਿਜੇ ਪ੍ਰਤਾਪ ਦੀ ਜਿਹੜੀ ਦੋਸਤੀ ਆ ਅੰਮ੍ਰਿਤਸਰ ਤੇ ਗਲਿਆਰਿਆਂ 'ਚ ਕਿਹੋ ਜਿਹੀ ਰਹੀ ਆ, ਸਾਰੇ ਲੋਕ ਜਾਣਦੇ ਨੇ। ਜਿਸ ਤਰੀਕੇ ਦੇ ਇਹਨਾਂ ਦੋਵਾਂ ਨੇਤਾਵਾਂ ਦੇ ਆਪਣੇ ਅਣਖੀ ਸਾਹਿਬ, ਮੈਂ ਇੱਕ ਵਾਰ ਫਿਰ ਤੋਂ ਦੁਬਾਰਾ ਵਾਪਸ ਜਾਣਾ ਚਾਹੂੰਗਾ ਕਿ ਕੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਪਹਿਲਾਂ ਤਾਂ ਦੇਖਣਗੇ ਨਾ, ਥੋੜਾ ਬਹੁਤਾ ਮੌਕਾ ਤਾਂ ਦੇਣਗੇ, ਕਿਉਂਕਿ ਹਲੇ ਅਲਟੀਮੇਟਮ ਵੀ ਚੱਲ ਰਿਹਾ। ਇਹਨਾਂ ਨੇ 2-3 ਮਹੀਨੇ ਦਾ ਸਮਾਂ ਜਿਹੜਾ ਮੰਗਿਆ ਸੀਗਾ, ਪਰ ਕੰਵਰ ਵਿਜੇ ਪ੍ਰਤਾਪ ਉਸ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ। ਉਹਨਾਂ ਨੇ ਚਿੱਠੀ ਲਿਖਤੀ ਕਿ ਮੈਨੂੰ ਪਾਰਟੀ ਬਣਾਇਆ ਜਾਵੇ, ਸਹੀ ਤਰੀਕੇ ਨਾਲ ਜਿਹੜੀ ਇਹ ਸਾਰਾ ਸਿਸਟਮ ਨਹੀਂ ਹੋ ਰਿਹਾ। ਤਾਂ ਫਿਰ ਅਣਖੀ ਸਾਹਿਬ ਕੀ ਲੱਗਦਾ ਕਿ ਹਾਲੇ ਤਾਂ ਵੇਟ ਕਰ ਰਹੇ ਹੋਣਗੇ, ਹਾਲੇ ਦੇਖਣਗੇ ਕਿ ਭਾਈ ਕੀ ਕੁਝ ਸਰਕਾਰ ਕਰਦੀ ਹੈ ਜਾਂ ਨਹੀਂ ਕਰਦੀ, ਔਰ ਵਿਧਾਇਕੀ ਤੋਂ ਅਸਤੀਫਾ ਜਾਂ ਪਾਰਟੀ ਤੋਂ ਅਸਤੀਫਾ ਇਸ ਲਈ ਜਿਹੜੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਉੱਪਰ, ਕਿਉਂਕਿ ਜਿਹੜਾ ਬੰਦਾ ਗੁਰੂ ਸਾਹਿਬ ਦੀ ਬੇਅਦਬੀ ਦੇ ਕਰਕੇ, ਜਿਹੜਾ ਬੰਦਾ ਗੁਰੂ ਸਾਹਿਬ ਦੀ ਇਨਸਾਫ ਦਿਵਾਉਣ ਦੇ ਕਰਕੇ ਇੱਕ IG ਦਾ ਅਹੁਦਾ, ਜਿਹੜੀ ਹਲੇ ਲੰਬੀ ਨੌਕਰੀ ਪਈ ਸੀਗੀ, ਕਿਉਂਕਿ ਚਲੋ ਵਿਧਾਇਕੀ ਨੇ ਤਾਂ ਉਹਨਾਂ ਦੇ ਵੈਸੇ ਵੀ ਹੱਥ ਬੰਨ੍ਹ ਦਿੱਤੇ ਨੇ, ਤੇ ਦੂਜੀ ਗੱਲ ਇਹ ਹੈ ਕਿ ਵਿਧਾਇਕੀ ਹੁੰਦੀ ਵੀ 5 ਸਾਲਾਂ ਲਈ ਹੈ, ਔਰ ਜਿਹੜੀ IG ਲੈਵਲ ਤੇ ਉਹ ਪਹੁੰਚੇ ਹੋਏ ਸੀ ਔਰ ਲੰਬੀ ਨੌਕਰੀ ਪਈ ਸੀ, ਇਦੋਂ ਉੱਤੇ ਵੀ ਬਹੁਤ ਜਾਣਾ ਸੀਗਾ। ਜੇ ਬੰਦਾ ਉਸ ਕੁਰਸੀ ਨੂੰ ਠੋਕਰ ਮਾਰ ਸਕਦਾ ਤਾਂ ਇਹ ਤਾਂ ਕੋਈ ਵੱਡੀ ਚੀਜ਼ ਨਹੀਂ, ਔਰ ਇਹ ਕੋਈ ਪਹਿਲੇ ਬੰਦੇ ਨਹੀਂ ਹੋਣੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰੀ ਵੀ ਅਸੀਂ ਦੇਖਦੇ ਰਹੇ ਹਾਂ, ਵੱਖ-ਵੱਖ ਕੁਰਸੀਆਂ ਨੂੰ ਉਹਨਾਂ ਨੇ ਲੱਤ ਮਾਰੀ ਹੈ। ਹਾਲਾਂਕਿ ਬਹੁਤ ਸਾਰੇ ਲੋਕ ਹੋ ਸਕਦਾ ਸਹਿਮਤ ਨਾ ਹੋਣ, ਪਰ ਇੱਕ ਕਰਕੇ ਸਾਡੀਆਂ ਖਬਰਾਂ ਜਿਹੜੀਆਂ ਨੇ ਉਹ ਬਿਲਕੁਲ ਸੱਚ ਹੁੰਦੀਆਂ ਨੇ। ਪਹਿਲਾਂ ਸ਼ਾਇਦ ਨਹੀਂ ਸਹਿਮਤੀ ਜਤਾਉਂਦੇ, ਬਾਅਦ 'ਚ ਜਤਾਉਂਦੇ ਵੀ ਆ ਲੋਕੀ, ਪਰ ਇਹ ਵੀ ਗੱਲ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਏ ਆ ਕਿ ਕੰਵਰ ਵਿਜੇ ਪ੍ਰਤਾਪ ਜਿਹੜੇ ਆ ਉਹ ਵਾਕਈ ਹੀ ਸਰਕਾਰ ਤੋਂ ਔਖੇ, ਕਿਉਂਕਿ ਜੋ ਸ਼ਖਸੀਅਤ ਹੈ ਉਹਨਾਂ ਦੀ ਇਨਸਾਫ ਪਸੰਦ ਸ਼ਖਸੀਅਤ ਹੈ ਔਰ ਨਿਡਰ ਸ਼ਖਸੀਅਤ ਆ, ਔਰ ਕਿਸੇ ਦੇ ਥੱਲੇ ਲਾ ਕੇ ਚੱਲਣ ਵਾਲੇ ਨਹੀਂ ਨੇ। ਔਰ ਇਸੇ ਕਰਕੇ ਜਿਹੜੀ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ, ਬੇਅਦਬੀ ਅਤੇ ਗੋਲੀकांड ਦੇ ਮਾਮਲਿਆਂ ਦੇ ਵਿੱਚ ਉਹ ਜਿਹੜੇ ਇਨਸਾਫ ਨਾ ਮਿਲਦਾ ਦੇਖ ਕੇ ਨਾਰਾਜ਼ ਨੇ। ਤੇ ਅਣਖੀ ਸਾਹਿਬ, ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਹੋਰ ਕੁਝ ਮਹੀਨੇ ਜਿਹੜੇ ਆ ਜੇ ਨਹੀਂ ਇਨਸਾਫ ਮਿਲਦਾ ਤਾਂ ਕੰਵਰ ਵਿਜੇ ਪ੍ਰਤਾਪ ਕੌੜਾ ਘੁੱਟ ਭਰ ਸਕਦੇ ਆ, ਯਾਨੀ ਕਹਿਣ ਦਾ ਭਾਵ ਵਾਕਈ ਬਿਲਕੁਲ ਸੁਖਵਿੰਦਰ ਜੀ, ਕੌੜਾ ਘੁੱਟ ਕਿਉਂ ਨਹੀਂ ਭਰਨਗੇ। ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਇਹ 'ਚ ਸ਼ੇਅਰ ਕਰਨੀ ਚਾਹਾਂਗਾ ਕਿ ਤੁਹਾਨੂੰ ਪਤਾ ਹੈਗਾ ਕਿ ਜਿਸ ਦਿਨ ਉਹਨਾਂ ਨੇ IG ਦੇ ਪੋਸਟ ਤੋਂ ਅਸਤੀਫਾ ਦਿੱਤਾ ਸੀ ਤਾਂ ਉਸ ਵਕਤ ਉਹ ਰਾਜਪਾਲ ਨੂੰ ਮਿਲ ਕੇ ਆਏ ਸਨ ਪੰਜਾਬ ਦੇ ਗਵਰਨਰ ਤੋਂ,
ਤਾਂ ਗਵਰਨਰ ਨੂੰ ਮਿਲ ਕੇ ਜਦੋਂ ਆਏ ਤਾਂ ਬਾਹਰ ਗੇਟ ਦੇ ਉੱਤੇ ਪੱਤਰਕਾਰਾਂ ਨਾਲ ਉਹਨਾਂ ਦੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਮੈਨੂੰ ਅੱਜ ਤੱਕ ਯਾਦ ਆ, ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਇਹ ਇੱਕ ਗੈਰ ਰਸਮੀ ਮਿਲਣੀ ਹੈ, ਮੇਰੇ ਭਾਜਪਾ ਨੇਤਾਵਾਂ ਨਾਲ ਵੀ ਸੰਬੰਧ ਨਹੀਂ। ਮੇਰਾ ਕਹਿਣ ਦਾ ਮਤਲਬ ਇਹ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਭਾਜਪਾ ਉਹ ਪਾਰਟੀ ਆ ਜਿਹੜੀ ਇਸ ਵੇਲੇ ਕੇਂਦਰ ਦੇ ਵਿੱਚ ਇੱਕ ਮਜ਼ਬੂਤ ਧਿਰ ਹੈਗੀ ਹੈ। ਉਸ ਵਕਤ ਤੱਕ ਸ਼ਾਇਦ ਜੋ ਆਪਣੇ ਕੰਵਰ ਵਿਜੇ ਪ੍ਰਤਾਪ ਨੇ ਆਪਣੀ ਸਿਆਸੀ ਪਾਰੀ ਨੂੰ ਖੇਡਣ ਦਾ ਫੈਸਲਾ ਨਾ ਕੀਤਾ ਹੋਵੇ, ਪਰ ਲੋਕਾਂ ਨੇ ਉਸ ਵੇਲੇ ਇਹ ਕਿਆਸ ਰਹੀਆਂ ਲਾੜੀਆਂ ਸਨ ਕਿ ਸ਼ਾਇਦ ਕੰਵਰ ਵਿਜੇ ਪ੍ਰਤਾਪ ਭਾਜਪਾ ਦੇ ਵਿੱਚ ਜਾ ਸਕਦਾ, ਤੇ ਜੇਕਰ ਕੰਵਰ ਵਿਜੇ ਪ੍ਰਤਾਪ ਭਾਜਪਾ 'ਚ ਜਾਂਦੇ ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਭਾਜਪਾ ਨੇ ਅੱਜ ਕੱਲ੍ਹ ਦੁਆਰ ਖੋਲਿਆ ਤਾਂ ਇੱਕ ਬੜਾ ਜ਼ਬਰਦਸਤ ਹਲਾਰਾ ਭਾਜਪਾ ਨੂੰ ਵੀ ਮਿਲਦਾ ਸੀ ਤੇ ਕੰਵਰ ਵਿਜੇ ਪ੍ਰਤਾਪ ਸਿੰਘ ਨੂੰ ਵੀ ਮਿਲਦਾ ਸੀ। ਹਾਲਾਂਕਿ ਉਸ ਸਮੇਂ ਆਮ ਆਦਮੀ ਪਾਰਟੀ ਦੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਅੱਜ ਵਰਗੀ ਨਹੀਂ ਸੀ, ਪਰ ਫਿਰ ਵੀ ਉਸ ਬੰਦੇ ਨੇ ਕਿਉਂਕਿ ਭਾਜਪਾ ਨੂੰ ਛੱਡਿਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਜੁਆਇਨ ਇਸ ਕਰਕੇ ਮੁਨਾਸਬ ਸਮਝਿਆ ਕਿ ਇਹ ਪਾਰਟੀ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਹਿੱਤਾਂ ਦੀ ਤੇ ਉਹਨਾਂ ਮੁੱਦਿਆਂ ਦੀ ਗੱਲ ਕਰਦੀ ਆ ਜਿਹੜੇ ਪੰਜਾਬ ਦੇ ਲੋਕਾਂ ਦੇ ਹਿਰਦਿਆਂ 'ਚ ਤੇ ਜਿਨ੍ਹਾਂ ਕਰਕੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਤੋਂ ਲੋਕ ਦੂਰ ਹੋ ਚੁੱਕੇ ਆ। ਉਹ ਜਿਹੜਾ ਸਿਨੈਰੀਓ ਸੀ, ਉਹ ਸਿਨੈਰੀਓ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਸਿਰਫ ਇਸ ਕਰਕੇ ਜੁਆਇਨ ਕਰਦਾ ਕਿ ਮੈਂ ਲੋਕਾਂ ਨੂੰ ਇਨਸਾਫ ਦੇਣਾ ਤੇ ਮੈਂ ਇਹੋ ਜਿਹੀ ਇੱਕ ਸਾਫ਼ ਸੁਥਰੀ ਸਿਆਸਤ ਕਰਨੀ ਆ। ਇਹ ਸ਼ਬਦ ਸਨ ਉਹਨਾਂ ਦੇ, ਪਰ ਉਹਨਾਂ ਨੇ ਉਸ ਵਕਤ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਨਹੀਂ ਸੀ ਕੀਤਾ। ਤੇ ਅਜਿਹੇ ਦੌਰ ਦੇ ਵਿੱਚ ਉਹ ਜਿਹੜੇ ਸੁਪਨੇ ਲੈ ਕੇ ਕੰਵਰ ਵਿਜੇ ਪ੍ਰਤਾਪ ਸਿੰਘ ਹੋਣੀ ਜੇਕਰ ਆਏ ਤੇ ਜਿੱਤੇ ਵੀ, ਤੇ ਫਿਰ ਇਸ ਦੇ ਬਾਵਜੂਦ ਵੀ ਜੇਕਰ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ ਤਾਂ ਉਹ ਸਿਰਫ ਤੇ ਸਿਰਫ ਪੰਜਾਬ ਦੇ ਕੁਝ ਕਾਲਜਾਂ ਵਿੱਚ ਡਿਗਰੀਆਂ ਵੰਡਣ ਤੱਕ ਹੀ ਸੀਮਤ ਰਹਿ ਗਏ ਨੇ, ਤਾਂ ਫਿਰ ਕੁਦਰਤੀ ਤੌਰ ਤੇ ਸੁਖਵਿੰਦਰ ਜੀ ਉਹ ਆਪਣਾ ਕਿਸੇ ਸਮੇਂ ਵੀ ਕੌੜਾ ਘੁੱਟ ਬਿਲਕੁਲ ਠੀਕ ਹੈ। ਔਰ ਉਹ ਜਿਹੜੀ ਕਿਸੇ ਦੀ ਅਧੀਨਗੀ ਕਬੂਲਣ ਨਹੀਂ ਸੀ ਆਏ ਇਸ ਪਾਰਟੀ ਦੇ ਅੰਦਰ, ਸਿਸਟਮ ਨੂੰ ਬਦਲਣ ਦੇ ਲਈ ਆਏ ਸੀ। ਜੇ ਉਹਨੇ ਹੱਥੀ ਬੰਨ੍ਹ ਦਿੱਤੇ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਆ, ਤਾਂ ਫਿਰ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਦਿਨ ਜਿਹੜੇ ਆ ਕੰਵਰ ਵਿਜੇ ਪ੍ਰਤਾਪ ਇਸ ਪਾਰਟੀ ਦੇ ਵਿੱਚ ਟਿਕ ਪਾਉਣਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਤੱਕ ਜਿਹੜਾ ਇਹ ਸਬਰ ਦਾ ਬੰਨਿਆ ਰਹਿੰਦਾ ਹੈ ਤੇ ਕੀ ਇਸ ਗੁੱਸੇ ਨੂੰ ਜਿਹੜੀ ਆਮ ਆਦਮੀ ਪਾਰਟੀ ਟਾਲ ਪਾਊਗੀ। ਅਸੀਂ ਦੱਸ ਦਈਏ ਕਿ ਹਾਲਾਤ ਪੂਰੇ ਬਣੇ ਹੋਏ ਨੇ, ਪਰ ਇਹ ਗੱਲ ਹੋ ਸਕਦੀ ਹੈ ਕਿ ਆਮ ਆਦਮੀ ਪਾਰਟੀ ਟਾਲਣ ਦੀ ਕੋਸ਼ਿਸ਼ ਕਰੇ, ਪਰ ਹਾਲਾਤ ਜਿਹੜੇ ਆ ਪੂਰੇ ਬਣੇ ਹੋਏ ਨੇ। ਇੱਕ ਸਮਾਂ ਇਹ ਵੀ ਸੀਗਾ, ਅਸੀਂ ਅੱਜ ਬਹੁਤ ਸਾਰੇ ਲੋਕ ਸ਼ਾਇਦ ਜਿਤਾਉਣਗੇ ਕਿ ਕਿਉਂ ਭਾਈ ਕਿਉਂ ਜੇ ਕੰਵਰ ਵਿਜੇ ਪ੍ਰਤਾਪ ਗੁੱਸੇ ਕਿਉਂ ਹੋਣਗੇ, ਪਰ ਤੁਹਾਨੂੰ ਚੇਤਾ ਹੋਊਗਾ ਕਿ ਅਸੀਂ ਸਭ ਤੋਂ ਪਹਿਲਾਂ ਸਾਰੇ ਚੈਨਲਾਂ ਤੋਂ ਪਹਿਲਾਂ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਲੈ ਕੇ ਆਏ ਸੀ ਕਿ ਭਗਵੰਤ ਮਾਨ ਵੀ ਗੁੱਸੇ ਹੋ ਗਏ ਆ ਜਦੋਂ ਸੀਐਮ ਦਾ ਚਿਹਰਾ ਐਲਾਨਣਾ ਸੀ। ਤੇ ਉਸ ਤੋਂ ਬਾਅਦ ਲਗਾਤਾਰ 2 ਮਹੀਨੇ ਚਰਚਾਵਾਂ ਚੱਲਦੀਆਂ ਰਹੀਆਂ ਸੀ ਤੇ ਭਗਵੰਤ ਮਾਨ ਘਰ ਦੇ ਵਿੱਚ ਬਹਿ ਗਏ ਸੀ ਜਾ ਕੇ, ਤੇ ਘਰ ਦੇ ਵਿੱਚ ਵਰਕਰਾਂ ਦੇ ਨਾਲ ਮੀਟਿੰਗਾਂ ਕਰਨ ਲੱਗ ਗਏ ਸੀਗੇ। ਤਾਂ ਤੁਹਾਨੂੰ ਸਭ ਨੂੰ ਚੇਤਾ ਹੋਊਗਾ ਇਹ ਗੱਲਾਂ, ਪਹਿਲਾਂ ਲੋਕ ਉਹ ਵੀ ਨਹੀਂ ਸੀ ਮੰਨਦੇ, ਪਰ ਇਹ ਵੀ ਗੱਲਾਂ ਜਿਹੜੀਆਂ ਸਹੀ ਤੇ ਸਟੀਕ ਸਾਬਤ ਹੋਣਗੀਆਂ। ਅਣਖੀ ਸਾਹਿਬ ਆਪਾਂ ਇਹ ਤੇ ਥੋੜਾ ਜਿਹਾ ਮੈਂ ਚਾਹੁੰਦਾ ਕਿ ਹੁਣ ਥੋੜੇ ਟਾਈਮ ਲਾ ਕੇ ਇਹ ਗੱਲ ਕਲੀਅਰ ਕਰ ਦਈਏ, ਇਹ ਫਿਰ ਆਪਾਂ ਅਗਲੀ ਖਬਰ ਤੇ ਚਰਚਾ ਕਰੀਏ। ਜੀ ਬਿਲਕੁਲ, ਤਾਂ ਕਾਰਨ ਇਹੋ ਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕੰਵਰ ਵਿਜੇ ਪ੍ਰਤਾਪ ਦਾ ਬੀਤੇ ਦੌਰ 'ਚ ਭੂਮਿਕਾ ਰਹੀ ਆ ਤੇ ਜਿਸ ਤਰੀਕੇ ਨਾਲ ਪਾਰਟੀਆਂ ਨਾਲ ਉਸਦੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਨਾਲ ਜਿਸ ਤਰੀਕੇ ਨਾਲ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦਾ ਅਸੀਂ ਕਹਿ ਸਕਦੇ ਕਿ ਮਨਮੁਟਾਵ ਚੱਲਦਾ ਪਿਆ, ਤਾਂ ਕੁਦਰਤੀ ਤੌਰ ਤੇ ਆਉਂਦਿਆਂ ਕੁਝ ਦਿਨਾਂ ਦੇ ਵਿੱਚ ਮਨਮੁਟਾਵ ਜਿਹੜਾ ਇਹ ਸ਼ਾਇਦ ਕੋਈ ਧਮਾਕਾ ਨਾ ਕਰ ਦਵੇ। ਤੇ ਜੇਕਰ ਇਹ ਧਮਾਕਾ ਇਹੋ ਜਿਹਾ ਇੱਕ ਇੱਟ ਵੀ ਖਾਸ ਤੌਰ ਤੇ ਕੰਵਰ ਵਿਜੇ ਪ੍ਰਤਾਪ ਵਰਗੀ ਆਮ ਆਦਮੀ ਪਾਰਟੀ ਦੇ ਕਿਲੇ ਦੇ ਵਿੱਚੋਂ ਖਿਸਕ ਗਈ ਤਾਂ ਸੁਖਵਿੰਦਰ ਜੀ ਫਿਰ ਆਮ ਆਦਮੀ ਪਾਰਟੀ ਦਾ ਜਿਹੜਾ ਹਸ਼ਰ ਆ ਉਹ ਤਾਂ ਫਿਰ ਸਾਰਿਆਂ ਦੇ ਸਾਹਮਣੇ ਹੀ ਆ, ਕਿਉਂਕਿ ਅਜੇ ਆਮ ਆਦਮੀ ਪਾਰਟੀ ਦੇ ਵਿੱਚ ਸੈਕੰਡ ਕਲਾਸ ਦਾ ਲੀਡਰ ਅਗਰ ਵੇਖਿਆ ਜਾਏ ਭਗਵੰਤ ਸਿੰਘ ਮਾਨ ਤੋਂ ਬਾਅਦ ਪੈਦਾ ਨਹੀਂ ਹੋਇਆ, ਨਾ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੈਕੰਡ ਕਤਾਰ ਦੇ ਨੇਤਾ ਨੂੰ ਪੈਦਾ ਨਹੀਂ ਹੋਣ ਦਿੱਤਾ ਤਾਂ ਨਾ ਹੀ ਕੀਤਾ। ਪਰ ਕੁਦਰਤੀ ਤੌਰ ਤੇ ਜੇਕਰ ਅਜਿਹੇ ਹਾਲਾਤ ਹੀ ਰਹੇ ਤਾਂ ਭਗਵੰਤ ਮਾਨ ਤੋਂ ਬਾਅਦ ਦੂਜੀ ਜਿਹੜੀ ਸ਼ਖਸੀਅਤ ਜਿਹੜੀ ਅਸੀਂ ਕਹਿ ਸਕਦੇ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਸਰਵਪ੍ਰਵਾਨਿਤ ਹੈਗੀ ਆ ਉਹ ਕੰਵਰ ਵਿਜੇ ਪ੍ਰਤਾਪ ਸਿੰਘ ਆ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਪਾਰਟੀ ਦੇ ਵਿੱਚ ਹੀ ਬਗਾਵਤ ਬਣ ਕੇ ਇੱਕ ਧੜਾ ਕੰਵਰ ਵਿਜੇ ਪ੍ਰਤਾਪ ਦੀ ਅਗਵਾਈ ਦੇ ਵਿੱਚ ਵੀ ਜਿਹੜਾ ਉਹ ਪੈਦਾ ਹੋ ਸਕਦਾ। ਇਹੋ ਜਿਹੀਆਂ ਸੰਭਾਵਨਾਵਾਂ ਮੈਂ ਤਾਂ ਕਹਿ ਰਿਹਾ ਕਿ ਜਦੋਂ ਤੁਸੀਂ ਕਿਸੇ ਵੀ ਪਾਰਟੀ 'ਚ ਤਾਨਾਸ਼ਾਹੀ ਨੀਤੀਆਂ ਨੂੰ ਘੜਦੇ ਜੇ ਤਾਂ ਫਿਰ ਕੁਦਰਤੀ ਤੌਰ ਤੇ ਇਹੋ ਜਿਹਾ ਵੀ ਕੁਝ ਹੋ ਜਾਂਦਾ ਹੁੰਦਾ ਕਿ ਜਿਹਦੇ ਸੰਬੰਧੀ ਬੰਦੇ ਨੇ ਸੋਚਿਆ ਵੀ ਨਹੀਂ ਹੁੰਦਾ। ਕਦੇ ਪੰਜਾਬ ਦੇ ਲੋਕਾਂ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਸਦੇ ਸਾਥੀ ਹੀ ਕੁਰਸੀ ਤੋਂ ਥੱਲੇ ਸੁੱਟ ਦੇਣਗੇ। ਤਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਮਾਝਾ ਬ੍ਰਿਗੇਡ ਦੇ ਥੱਲੇ ਕੀਤਾ ਤਾਂ ਲੋਕਾਂ ਨੂੰ ਯਕੀਨ ਨਹੀਂ ਸੀ ਹੁੰਦਾ ਕਿ ਹਮ ਪਿਆਲਾ ਹਮ ਨਵਾਲਾ ਉਹ ਦੋਸਤ ਉਹੀ ਉਸਦੇ ਵਿਰੋਧ 'ਚ ਖੜੇ ਹੋ ਗਏ। ਪਰ ਇੱਥੇ ਤਾਂ ਜਿਹੜੀ ਗੱਲ ਆ, ਇੱਥੇ ਤਾਂ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਹੋ ਰਹੀ ਆ ਕਿ ਜਿਹੜੇ ਮੁੱਦੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੇ ਨਾਲ
ਜੁੜੇ ਨੇ ਤੇ ਧੁਰ ਅੰਦਰ ਤੱਕ ਜੁੜੇ ਆ ਤੇ ਪੰਜਾਬ ਦੇ ਲੋਕ ਵੀ ਅਜੇ ਉਸ ਆਸ ਵੱਲ ਨਾਲ ਇਹਨਾਂ ਲੋਕਾਂ ਵੱਲ ਵੇਖਦੇ ਨੇ, ਇਸ ਪਾਰਟੀ ਵੱਲ ਵੇਖਦੇ ਨੇ ਕਿ ਇਹ ਕਿੱਥੋਂ ਤੱਕ ਇਨਸਾਫ ਦਵਾ ਸਕਦੇ ਨੇ ਜਾਂ ਕਿੱਥੋਂ ਤੱਕ ਇਨਸਾਫ ਨਹੀਂ ਦਿਵਾਉਂਦੇ ਜਾਂ ਸਿਰਫ ਰਾਜਨੀਤੀ ਕਰਦੇ ਆ। ਬਾਕੀ ਹੁਣ ਇਹ ਵੀ ਵੇਖਣਾ ਹੋਵੇਗਾ ਕਿ ਇਹਨਾਂ ਦਿਨਾਂ 'ਚ ਸਿਰਫ ਭ੍ਰਿਸ਼ਟਾਚਾਰ 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 ਕਹਿ ਕੇ ਅਸੀਂ ਲੋਕਾਂ ਦਾ ਧਿਆਨ ਉਹ ਮੁੱਦੇ ਜਿਹੜੇ ਚੋਣਾਂ ਦੇ ਦੌਰਾਨ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਇਹਨਾਂ ਚਿਰ ਭਟਕਾ ਨਹੀਂ ਸਕਦੇ। ਕੇਵਲ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਹੀ ਨਹੀਂ ਫੈਲਿਆ, ਹੋਰ ਵੀ ਬੜੇ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜ਼ਿੰਮੇਵਾਰੀ ਆ। ਚਾਹੇ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਟੱਕਣਾ ਹੋਵੇ, ਚਾਹੇ ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਹੋਵੇ, ਤੇ ਚਾਹੇ ਬੇਰੁਜ਼ਗਾਰੀ ਦਾ ਮੁੱਦਾ ਹੋਵੇ। ਮੁੱਦੇ ਬਹੁਤ ਨੇ, ਕੇਵਲ ਭ੍ਰਿਸ਼ਟਾਚਾਰ ਦਾ ਪ੍ਰਚਾਰ ਕਰਕੇ ਅਸੀਂ ਸਿਰਫ ਆਪਣੀ ਖਾਣਾ ਪੂਰਤੀ ਨਹੀਂ ਕਰ ਸਕਦੇ। ਤਾਂ ਸੋ ਇਸ ਤਰੀਕੇ ਨਾਲ ਚਾਹੀਦਾ ਤਾਂ ਇਹੋ ਹੀ ਆ ਕਿ ਜੋ ਵਿਰੋਧ ਜਿਹੜਾ ਕਮਲ ਵਿਜੇ ਪ੍ਰਤਾਪ ਦੇ ਮਨ ਦੇ ਅੰਦਰ ਬਣਦਾ ਪਿਆ ਉਹ ਲਾਵਾ ਬਣ ਕੇ ਕੱਲ ਨੂੰ ਪਹਿਲਾਂ ਕਰ ਲੈਣਾ ਚਾਹੀਦਾ। ਬਾਕੀ ਇਹ ਕਨਸੋਵਾਂ ਸਥਿਤੀਆਂ ਨੇ ਕਿ ਉਹ ਕਿਸੇ ਤੀਜੀ ਧਿਰ ਦਾ ਵੀ ਹੱਥ ਮਿਲਾ ਸਕਦੇ। ਬਿਲਕੁਲ ਅਗਲੀ ਖਬਰ ਦੀ ਅਣਖੀ ਸਾਹਿਬ ਆਪਾਂ ਗੱਲਬਾਤ ਕਰ ਲਿਆ। ਇੱਕ ਖਬਰ ਬੜੀ ਹੋਰ ਅਹਿਮ ਹੈ। ਅੱਜ ਜਿਹੜਾ 5 ਮੈਂਬਰੀ ਜਿਹੜੀ ਹੈ ਕਮੇਟੀ ਬਣਾਈ ਗਈ ਹੈ, ਤਾਲਮੇਲ ਕਮੇਟੀ ਜਿਹੜੀ ਬਣਾਈ ਗਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਕੁਝ ਦਿਨ ਪਹਿਲਾਂ ਅਣਖੀ ਸਾਹਿਬ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਚੋਣ ਲੜ ਸਕਦੇ ਆ, ਤੇ ਉਸ ਤੋਂ ਕੁਝ ਦਿਨਾਂ ਬਾਅਦ ਹੀ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਜਿਹੜਾ ਉਹ ਆਪਣੇ ਆਪ ਨੂੰ ਉਮੀਦਵਾਰ ਉੱਥੋਂ ਘੋਸ਼ਿਤ ਕਰ ਦਿੱਤਾ। ਤੇ ਨਾਲ ਹੀ ਨਾਲ ਉਦੋਂ ਅਣਖੀ ਸਾਹਿਬ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਸਾਂਝੇ ਤੌਰ ਤੇ ਸਾਰੀਆਂ ਪੰਥਕ ਧਿਰਾਂ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀਆਂ ਸਪੋਰਟ ਕਰ ਸਕਦੀਆਂ ਨੇ। ਤਾਂ ਉਹੀ ਗੱਲ ਹੋਈ ਹੈ, ਅੱਜ ਉਹੀ ਇਸ਼ਾਰਾ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਦੇਤਾ। ਸੁਖਬੀਰ ਸਿੰਘ ਬਾਦਲ ਹੋਰੀ ਵੀ ਜਿਹੜੇ ਕਹਿ ਰਹੇ ਨੇ ਕਿ ਸਾਂਝੇ ਉਮੀਦਵਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤੇ ਪੰਥਕ ਧਿਰਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕੋਰ ਕਮੇਟੀ ਦੇ ਵਿੱਚ ਇੱਕ ਤਾਲਮੇਲ ਕਮੇਟੀ ਬਣਾ ਦਿੱਤੀ ਹੈ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਅਣਖੀ ਸਾਹਿਬ? ਆਪਣੀ ਖਬਰ ਤੇ ਇੱਕ ਹੋਰ ਤੇ ਮੋਹਰ ਲੱਗੀ ਹੈ। ਇਸ ਤੋਂ ਪਹਿਲਾਂ ਜਿਹੜੀ ਖਬਰ ਤੇ ਗੱਲ ਕੀਤੀ ਉਹ ਤੇ ਵੀ ਮੋਹਰ ਲੱਗਦੀ ਆਈ ਹੈ, ਤਾਂ ਹੁਣ ਇੱਕ ਵਾਰ ਫਿਰ ਇਸ ਖਬਰ ਤੇ ਵੀ ਮੋਹਰ ਲੱਗੀ ਹੈ। ਸੁਖਵਿੰਦਰ ਜੀ, ਰਾਤੀ ਜਾਂ ਕੱਲ ਜਾਂ ਪਰਸੋਂ ਅਸੀਂ ਜਦੋਂ ਸੰਗਰੂਰ ਦੀ ਜਿਮਨੀ ਚੋਣ ਦਾ ਗੱਲ ਕਰ ਰਹੇ ਸਾਂ, ਉਹਦਾ ਇੱਕ ਸਰਵੇ ਪੇਸ਼ ਕਰ ਰਹੇ ਸਾਂ, ਤਾਂ ਮੈਂ ਗੱਲ ਤੁਹਾਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਦੇਖਿਓ ਕਿ ਸੁਖਬੀਰ ਸਿੰਘ ਬਾਦਲ ਇੱਕ ਅਜਿਹੀ ਚਾਲ ਚੱਲਣ ਦੀ ਰੌਂਦ ਵਿੱਚ ਹੈਗਾ ਕਿ ਜੇਕਰ ਪਾਰਟੀ ਹਾਰ ਵੀ ਜਾਂਦੀ ਆ, ਆਪਣੀ ਪਾਰਟੀ ਦਾ ਅਸੀਂ ਉਮੀਦਵਾਰ ਖੜਾ ਨਹੀਂ ਕਰਨਾ ਤਾਂ ਅਸੀਂ ਹਮਾਇਤ ਮਾਨ ਨੂੰ ਦੇਣੀ ਆ। ਤਾਂ ਮਾਨ ਸਾਹਿਬ ਦੀ ਜਿਹੋ ਜਿਹੀ ਪੋਜੀਸ਼ਨ ਹੈਗੀ ਆ ਉਹ ਸਾਰਿਆਂ ਲੋਕਾਂ ਨੂੰ ਪਤਾ। ਤਾਂ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇਹ ਭਲ ਵੀ ਬਾਜੂਗੀ ਕਿ ਦੇਖੋ ਜੀ ਅਸੀਂ ਤਾਂ ਹਮੇਸ਼ਾ ਪੰਥਕ ਮੁੱਦਿਆਂ ਤੇ ਹਰ ਵਿਅਕਤੀ ਦੇ ਨਾਲ ਆ, ਤੇ ਜੇਕਰ ਮਾਨ ਸਾਹਿਬ ਨਹੀਂ ਜਿੱਤ ਸਕੇ ਤਾਂ ਫਿਰ ਇਹਦੇ ਵਿੱਚ ਕੀ ਕਰਨਾ। ਤੇ ਦੂਜਾ ਇਹ ਵੀ ਗੱਲ ਕਿ ਮਾਨ ਸਾਹਿਬ ਵੀ ਕੱਲ ਨੂੰ ਫਿਰ ਸਿਮਰਨਜੀਤ ਸਿੰਘ ਮਾਫ ਕਰਦਾ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇਹ ਨਹੀਂ ਗੱਲ ਕਹਿ ਸਕਣਗੇ ਕਿ ਹਾਂ ਭਾਈ ਤੁਸੀਂ ਹਮੇਸ਼ਾ ਪੰਥ ਨਾਲ ਗੱਦਾਰੀ ਕੀਤੀ ਆ, ਹਮੇਸ਼ਾ ਪੰਥਕ ਮੁੱਦਿਆਂ ਨਾਲ ਮੈਂ ਜੂਝਦਾ ਰਿਹਾ ਤਾਂ ਤੁਸੀਂ ਮੈਨੂੰ ਕੱਲਿਆ ਕੀਤਾ, ਕਦੀ ਸਾਥ ਨਹੀਂ ਦਿੱਤਾ। ਉਹ ਕਹਿਣਗੇ ਸਾਥ ਅਸੀਂ ਤੁਹਾਡਾ ਦਿੱਤਾ। ਕੁੱਲ ਮਿਲਾ ਕੇ ਸੁਖਬੀਰ ਸਿੰਘ ਬਾਦਲ ਜਿੱਥੇ ਸਿਮਰਨਜੀਤ ਸਿੰਘ ਮਾਨ ਨੂੰ ਲੱਤ ਥੱਲੇ ਲਗਾਉਂਦੇ ਰੋਂਚ ਆ, ਉੱਥੇ ਨਾਲ ਹੀ ਆਪਣੀ ਉਸ ਮੁੱਦੇ ਨੂੰ, ਉਸ ਸ਼ਖਸੀਅਤ ਨੂੰ ਕਿ ਮੈਂ ਜੀ ਪੰਥਕ ਮੁੱਦਿਆਂ ਵਾਸਤੇ ਸਭ ਕੁਝ ਕਰਨ ਨੂੰ ਤਿਆਰ ਆ, ਉਹਦੀ ਇੱਕ ਚਾਲ ਹੈਗੀ ਆ। ਇਹਦੇ ਸੰਬੰਧੀ ਚਰਚਾਵਾਂ ਬੜੇ ਦਿਨਾਂ ਦੀਆਂ ਸਨ, ਜੋ ਸੂਚਨਾਵਾਂ ਸਾਨੂੰ ਮਿਲਦੀਆਂ ਪਈਆਂ ਸਨ। ਪਰ ਅੱਜ ਜਿਸ ਤਰੀਕੇ ਨਾਲ 5 ਮੈਂਬਰੀ ਕਮੇਟੀ ਜਿਹੜੀ ਆ ਤਾਲਮੇਲ ਕਮੇਟੀ ਬਣਾਈ ਆ, ਤੇ ਇਹ ਖਾਸ ਮੈਂ ਗੱਲ ਦੱਸ ਦਵਾਂ ਸੁਖਵਿੰਦਰ ਜੀ, ਸੁਖਬੀਰ ਸਿੰਘ ਬਾਦਲ ਇਸ ਚੋਣ ਨੂੰ ਪੰਜਾਬ ਵਰਸਸ ਕੇਂਦਰ ਸਰਕਾਰ ਬਣਾਉਣੀ ਲੋਚਦਾ ਪਿਆ ਜੀ। ਜੋ ਵੀ ਸਥਿਤੀਆਂ ਸਾਹਮਣੇ ਆਈਆਂ ਪੰਜਾਬ ਦਿੱਲੀ ਜ਼ਿਆਦਾ ਦਿੱਲੀ ਕਹਿ ਸਕਦੇ ਆਪਾਂ ਅਣਖੀ ਸਾਹਿਬ, ਦਿੱਲੀ ਕਹਿ ਸਕਦੇ ਆਪਾਂ, ਕਿਉਂਕਿ ਇੱਕ ਪਾਸੇ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਪੰਜਾਬ ਦੀਆਂ ਹੋ ਜਾਣੀਆਂ ਨੇ, ਦੂਜੇ ਪਾਸੇ ਜੇ ਬੀਜੇਪੀ ਆ ਉਹ ਵੀ ਦਿੱਲੀ ਤੋਂ ਹੈ, ਜੇ ਆਮ ਆਦਮੀ ਪਾਰਟੀ ਆ ਉਹ ਵੀ ਦਿੱਲੀ ਤੋਂ ਹੈ, ਜੇ ਕਾਂਗਰਸ ਹੈ ਉਹ ਵੀ ਦਿੱਲੀ ਤੋਂ ਹੈ। ਦਿੱਲੀ ਵਰਸਸ ਪੰਜਾਬ ਕਰਨ ਦੀ ਇਹ ਰੇਸ ਜਿਹੜੀ ਚੱਲ ਪਈ ਹੈ, ਤਾਂ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਨੂੰ ਕਿਤੇ ਬੈਕ ਸਟੈਪ ਕਰਨ ਦੇ ਨਾਲ, ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਨ ਦੇ ਨਾਲ ਕਿਤੇ ਕੋਈ ਘਾਟਾ ਤਾਂ ਨਹੀਂ ਦਿਖ ਰਿਹਾ? ਦੇਖੋ ਘਾਟਾ ਤਾਂ ਸੁਖਵਿੰਦਰ ਜੀ, ਇੱਕ ਮਿੰਟ ਮੈਂ ਇਹ ਵੀ ਗੱਲ ਕਰਦਾ, ਜਿਹੜੀ ਤਾਲਮੇਲ ਕਮੇਟੀ ਬਣਾਈ ਹੈ ਉਹ 'ਚ 3 ਨਾਮ ਜਿਹੜੇ ਨੇ, ਬਲਵਿੰਦਰ ਸਿੰਘ ਭੁੰਦੜ, ਪ੍ਰੇਮ ਸਿੰਘ ਚੰਦੂਮਾਜਰਾ ਤੇ ਸਿਕੰਦਰ ਸਿੰਘ ਮਲੂਕਾ, ਇਹ 3 ਨਾਮ ਨੇ। 2 ਨਾਮ ਅਜੇ ਉਹਨਾਂ ਨੇ ਹੋਰ ਪਾਉਣੇ। ਹੁਣ ਤੁਹਾਡੇ ਪ੍ਰਸ਼ਨ ਦਾ ਅਗਰ ਮੈਂ ਜਵਾਬ ਦੇਵਾਂ ਤਾਂ ਕੁਦਰਤੀ ਤੌਰ ਤੇ ਅਕਾਲੀ ਦਲ ਕੋਲ ਆਪਣੇ ਸੁਖਵਿੰਦਰ ਜੀ ਇਸ ਵੇਲੇ ਗਵਾਉਣ ਨੂੰ ਕੁਝ ਵੀ ਨਹੀਂ ਹੈਗਾ, ਕਿਉਂਕਿ ਇਸ ਵੇਲੇ ਅਕਾਲੀ ਦਲ ਸਭ ਕੁਝ ਆਪਣਾ ਗਵਾ ਚੁੱਕਾ। ਕੇਵਲ ਉਹ ਪਾਰਟੀ ਜਿਹੜੀ ਪਾਰਟੀ ਕਹਿੰਦੀ 25 ਸਾਲ ਰਾਜ ਕਰਨਾ, ਕੇਵਲ 2 ਵਿਧਾਇਕਾਂ ਦੇ ਨਾਲ ਪੰਜਾਬ ਦੇ ਵਿੱਚ ਵਿਚਰਦੀ ਪਈ ਆ। ਤੇ ਪੰਜਾਬ ਦੇ ਵਿੱਚ ਉਸਦੇ ਅੱਜ ਦੀ ਤਰੀਕ 'ਚ ਕੀ ਆਧਾਰ ਹੈਗਾ, ਕਿੱਥੋਂ ਤੱਕ ਉਹਨੂੰ ਲੋਕ ਪਸੰਦ ਕਰਦੇ ਆ, ਖਾਸ ਤੌਰ ਤੇ ਸੁਖਬੀਰ ਬਾਦਲ ਦੀ ਅਗਵਾਈ ਨੂੰ, ਇਹਦੇ ਸੰਬੰਧੀ ਚਰਚਾਵਾਂ ਅਸੀਂ ਬੇਸ਼ੱਕ 2 ਘੰਟੇ ਵੀ ਕਰਦੀ ਹੈ ਤੇ ਸ਼ਾਇਦ ਉਹ ਥੋੜੀਆਂ ਹੋਣਗੀਆਂ।
क्योंकि सुखबीर बादल अज की तरीक दे विच भी लोगों का वो नेता नहीं बन सकिया जो सरदार प्रकाश सिंह बादल सन। सो अकाली दल को गवाउण नूं कुछ नहीं हैगा। ते जेकर अकाली दल मान लो कि जेकर उत्थे सिमरनजीत सिंह मान जित जाते हैं तो अकाली दल को एक गेन हैगा जी, देखो असीं साथ दिता तो मान साहब जिहड़े वो जिते नहीं, तो जेकर मान साहब हारते ने तो फिर उत्थे ये गल होएगी। देखो साडी विचारधारा तो पूर्ण तौर पर ठीक सी, पर मान साहब की विचारधारा के नाल जिहड़ी लोग सहमत नहीं है। सुखबीर बादल एक तीर नाल दो निशाने फुंडन की तैयारी च, दो निशाने नहीं कई निशाने नूं, क्योंकि इस तरीके दे नाल एक तो वो समुचे पंथ दे विच एक वैसे भी हालात जिहड़े उत्थे अकाली दल दे हैगे वो जितण वाले है नहीं। अगला कहंदा कि आखिरी सियासी दा जिहड़ा वो खेड के देख लो, जुआ ही है। जी 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 बिल्कुल सियासी दा खेड के देख लो ते अपने आप को अजिहे नेता उभारन दे मूड च आ जिहो जिहा नेता बीते दौर च कदे सरदार प्रकाश सिंह बादल सी जां गुरचरण सिंह टौड़ा सी। माफ करना, गुरचरण सिंह टौड़ा का मैं नाम तां लिया कि वो एक लीडर सन कि लोग जदों सुनना पसंद करते सन, पर जिस तरीके दे नाल अकाली दल के कई प्रधान आए, जगदेव सिंह तलवंडी होए, कई नाम इहो जिहे सन, पर कोई भी बंदा प्रकाश सिंह बादल नूं जां उसके बराबर तक नहीं पहुंच सकिया। सुखबीर बादल का अज दे इस दौर च सिमरनजीत सिंह मान नूं हमायत देनी, तालमेल कमेटी बनानी, पंथक धिरां दे विच सारिआं नूं इकट्ठिया करना, सिर्फ ते सिर्फ अपने आप को एक अजिहे नेता के रूप के खास तौर पर पंथक नेता के रूप में पेश करने मूड च कि जिहड़ा कल नूं प्रकाश सिंह बादल तो भी अपने आप को ऊपर सुपीरियर सिद्ध करता होवे ते इस आस नाल कि शायद पंजाब के लोग मैनूं वो मानता दे देण जिहड़ी वड्डे बादल साहब नूं दित्ती आ। पर इहो जिहियां स्थितियां जिहड़ियां वो दिखाई सुखविंदर जी नहीं जे देंदियां, क्योंकि जो स्थिति तुसीं कह रहे जी जां आम लोग असीं कह रहे हैं, क्योंकि मान की विचारधारा जिहड़ी है जिथे मान साहब विचारधारा जिहड़ी पूरे तौर पर खालिस्तान जिहड़े समर्थक ने उहदे नाल सुखविंदर की गड्डी चलदी नहीं है। बेशक लोग कुछ एक वर्ग इदां दा हो सकता कि जिहड़ा भावुकता के पद्धर ते कह दे, पर जदों बंदे खास तौर पर मेरी पीढ़ी के लोग जिन्हां ने वो डेढ़ दहाका अग वेखी बलदी पंजाब दे विच पुलिस की उस कतलेबाज नूं वेखिया, नस्ल खुर्शे के हालातों नूं देखिया, शायद वो व्यक्ति कदे भी इस मुद्दे ते सहमत होण। बाकी सुखबीर सिंह बादल का कुछ नहीं जाना, वो जे हार जांदा तां भी खट्टेगा ते जेकर वो जित जांदा वो फिर भी खट्टेगा, क्योंकि उहदे कोल गवाउण नूं कुछ नहीं है। बिल्कुल अणखी साहब तुसीं साडे नाल प्रोग्राम दे विच जुड़े, तुहाडा बहुत बहुत धन्नवाद। बहुत बहुत शुक्रिया सुखविंदर जी। ताई सन प्रोफैसर मनजीत सिंह अणखी साहब जिन्हां दे वल्लों इन्हां अहम खबरां दे उपर साडे नाल गलबात कीती गई है। उम्मीद करते हैं कि अणखी साहब दे नाल कीती गलबात तुहानूं जरूर पसंद आई हो। दोबारा फिर मिलांगे इस प्रोग्राम दे विच, तद तक लई दिओ इजाजत। धन्नवाद।